अस्सलाम वालेकुम जी। मैं अकील संधू और आप देख रहे हैं मेरा यूट्यूब चैनल अकील संधू। ਸਾਰੇ ਵੀਰ ਜਿਨ੍ਹਾਂ ਨੇ ਪੰਜਾਬੀ 'ਚ ਮੇਰੇ ਖਿਆਲ ਨਾਲ ਗੱਲ ਕਰਨੀ ਈਜ਼ੀ ਰਹੇਗਾ ਸਾਰਿਆਂ ਵਾਸਤੇ, ਆਪਣੇ ਵਾਸਤੇ ਵੀ, ਕਿਉਂਕਿ ਉਰਦੂ 'ਚ ਥੋੜ੍ਹਾ ਜਿਹਾ ਨਾ ਤੰਗ ਹੈ। ਅਤੇ ਜਿਹੜੇ ਭਾਈਆਂ ਨੇ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਉਹਨਾਂ ਵਾਸਤੇ ਬਹੁਤ ਬਹੁਤ ਸ਼ੁਕਰੀਆ, ਅਤੇ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਨੂੰ ਵੀ ਕਹਿੰਦੇ ਆ ਕਿ ਚੈਨਲ ਸਬਸਕ੍ਰਾਈਬ ਕਰੋ, ਸਾਡੀਆਂ ਵੱਡੀਆਂ ਵੀਡੀਓ ਵੇਖਿਆ ਕਰੋ। ਥੋੜ੍ਹਾ ਜਿਹਾ ਵਾਚ ਟਾਈਮ ਪੂਰਾ ਕਰਨਾ ਉਹ ਕਰ ਦਿਓ ਮਿਹਰਬਾਨੀ ਕਰਕੇ। ਅਤੇ ਅੱਜ ਦੀ ਇਸ ਵੀਡੀਓ ਬਣਾਉਣ ਦਾ ਮਕਸਦ ਜਿਹੜਾ ਨਾ ਉਹ ਇਹ ਹੈ ਕਿ ਇਹਦੀ ਵੀਡੀਓ ਦੇ ਵਿੱਚ ਗੱਲ ਕਰਨੀ ਹੈ ਸ਼ੌਕ ਦੇ ਬਾਰੇ। ਸ਼ੌਕ ਜਿਹੜਾ ਹੈ ਕਿਸ ਕਿਸਮ ਦਾ ਚੱਲ ਰਿਹਾ ਅੱਜ ਕੱਲ੍ਹ, ਕਿਸ ਕਿਸਮ ਦਾ ਕਰਨਾ ਚਾਹੀਦਾ ਹੈ, ਸ਼ੌਕ 'ਚ ਸਿੱਖ ਲੋਕ ਕੀ ਗਲਤ ਕਰਨੇ ਆ ਕੀ ਸਹੀ ਕਰਨੇ ਆ। ਅਤੇ ਜੀ ਜਿਹੜੇ ਲੋਕ ਮੇਰੇ ਚੈਨਲ 'ਤੇ ਜ਼ਿਆਦਾਤਰ ਬੱਕਰੀਆਂ ਦੇ ਮਾਮਲੇ 'ਚ ਅਤੇ ਘੋੜਿਆਂ ਦੇ ਮਾਮਲੇ 'ਚ ਵੀਡੀਓ ਹੁੰਦੀਆਂ ਨੇ, ਕਿਉਂਕਿ ਸਾਨੂੰ ਵੀ ਇਹ ਸ਼ੌਕ ਹੈ। ਘੋੜਿਆਂ ਦਾ ਸ਼ੌਕ ਜਿਹੜਾ ਹੈ ਉਹ ਦਰਅਸਲ ਮੇਰੇ ਮਸੇਰ ਲਾ ਲਓ, ਜਿਨ੍ਹਾਂ ਨੂੰ ਪੰਜਾਬੀ ਜਿਹੜੇ ਬੰਦੇ ਨੇ ਉਹ ਤਾਂ ਜਾਣਦੇ ਨੇ ਮਸੇਰ, ਕਜ਼ਨ ਲਾ ਲਓ ਜੀ, ਖਾਲਾ ਦੇ ਬੇਟੇ ਨੇ, ਉਹਨਾਂ ਨੂੰ ਸ਼ੌਕ ਹੈ। ਅਤੇ ਦੋਤਰ ਸਟੁੱਡ ਫਾਰਮ ਜਿਹੜਾ ਨਾ ਉਹਨਾਂ ਦਾ ਮਤਲਬ ਕਿ ਸਟੁੱਡ ਫਾਰਮ ਹੈ। ਅਤੇ ਮੇਰੇ ਉਸੇ ਹੀ ਕਜ਼ਨ ਦਾ ਦੂਸਰਾ ਚੈਨਲ ਹੈ ਦੋਤਰ ਸਟੁੱਡ ਫਾਰਮ ਦੇ ਨਾਂ ਤੋਂ ਯੂਟਿਊਬ ਦੇ ਵਿੱਚ। ਉਹ ਲਿੰਕ ਜਿਹੜਾ ਮੈਂ ਡਿਸਕ੍ਰਿਪਸ਼ਨ 'ਚ ਲਾ ਦਿਆਂਗਾ, ਸਾਰੇ ਵੀਰ ਜਾ ਕੇ ਉਹਨੂੰ ਵੀ ਸਬਸਕ੍ਰਾਈਬ ਕਰੋ ਅਤੇ ਸਪੋਰਟ ਕਰੋ। ਤੁਹਾਡੇ ਵੀਰਾਂ ਦੀ ਸਪੋਰਟ ਹੀ ਚਾਹੀਦੀ ਹੈ। ਉਹਨਾਂ ਨੂੰ ਸ਼ੌਕ ਹੈ ਅਤੇ ਉਹਨਾਂ ਨੂੰ ਵੇਖ ਕੇ ਸਾਨੂੰ ਵੀ ਮਤਲਬ ਕਿ ਅਸੀਂ ਸ਼ਹਿਰ 'ਚ ਰਹਿੰਦੇ ਹਾਂ, ਸਾਨੂੰ ਵੀ ਇਹ ਸ਼ੌਕ ਬਾਰੇ ਨਾ ਥੋੜ੍ਹਾ ਜਿਹਾ ਮਤਲਬ ਕਿ ਚਸਕਾ ਪੈ ਰਿਹਾ ਇਹਦਾ, ਕਿ ਅਸੀਂ ਵੀ ਇਸ ਬਾਰੇ 'ਚ ਵੜੀਏ। ਦੂਸਰਾ ਆਪਣਾ ਮੈਨੂੰ ਜਿਹੜਾ ਨਾ ਗੋਟ ਫਾਰਮਿੰਗ ਦਾ ਸ਼ੌਕ ਹੈ। ਗੋਟ ਫਾਰਮਿੰਗ ਜਿਹੜੀ ਮੈਨੂੰ ਆਪ ਨੂੰ ਬਜ਼ਾਤੇ ਖੁਦ ਜਿਹੜੀ ਉਹ ਪਸੰਦ ਹੈ। ਅਤੇ ਇਹ ਸਾਰੀ ਵੀਡੀਓ ਦਾ ਮਕਸਦ ਹੈ ਕਿ ਇੱਕ ਤਾਂ ਅੱਛਾ ਸ਼ੌਕ ਹੈ ਘੋੜਿਆਂ ਦਾ ਵੀ, ਠੀਕ ਹੈ। ਦੂਸਰਾ ਜਿਹੜਾ ਬੱਕਰੀਆਂ ਦਾ ਵੀ ਅੱਛਾ ਸ਼ੌਕ ਹੈ, ਪੈਗੰਬਰੀ ਜਿਹੜਾ ਕੰਮ ਹੈ ਇਹ ਕੰਮ ਹੈ। ਬਾਕੀ ਜਿਹੜੇ ਵੀਰ ਨੇ ਅਲੱਗ ਅਲੱਗ ਸ਼ੌਕ ਕਰਦੇ ਨੇ, ਆਪਣੀ ਆਪਣੀ ਜਗ੍ਹਾ 'ਤੇ ਨੇ। ਸਾਡੀ ਨਜ਼ਰ ਦੇ ਵਿੱਚ ਇਹ ਜਿਹੜਾ ਸ਼ੌਕ ਹੈ ਬਿਹਤਰੀਨ ਹੈ। ਦੂਸਰੀ ਗੱਲ ਪਹਿਲੇ ਕਰ ਲੈਂਦੇ ਹਾਂ ਜਿਹੜਾ ਸਾਡਾ ਮੇਨ ਸ਼ੌਕ ਹੈ ਬੱਕਰੀਆਂ ਦਾ, ਉਹਦੇ ਬਾਰੇ 'ਚ ਗੱਲ ਕਰਨੀ। ਉਹਦੇ ਬਾਰੇ 'ਚ ਗੱਲ ਇਹ ਕਰਨੇ ਆ ਕਿ ਅੱਜ ਕੱਲ੍ਹ ਅਸੀਂ ਇਸ ਸ਼ੌਕ ਨੂੰ ਜਿਹੜਾ ਨਾ ਉਹ ਮਤਲਬ ਕਿ ਇੱਕ ਹੋਰ ਹੀ ਲੈਵਲ 'ਤੇ बढ़ा ਦਿੱਤਾ ਹੈ। ਅਸੀਂ ਬੰਦਿਆਂ ਨੇ ਇਹਨੂੰ ਬੜਾ ਮਹਿੰਗਾ ਜਿਹਾ ਸ਼ੌਕ ਬਣਾ ਛੱਡਿਆ। 25 30 ਲੱਖ ਦੀ ਬੱਕਰੀ ਦੀ ਆਵਾਜ਼ ਆਉਂਦੀ ਹੈ ਜੀ, 30 ਲੱਖ ਦੀ ਬੱਕਰੀ ਵਿਕ ਗਈ ਜੀ, ਫਲਾਣੇ ਦੀ ਬੱਕਰੀ ਵਿਕ ਗਈ, ਇੰਨੇ ਦੀ ਬੱਕਰੀ ਵਿਕ ਗਈ। ਬੱਕਰੀ ਜਿਹੜੀ ਸੀ ਨਾ ਉਹ ਇੱਕ ਸ਼ੌਕ ਸੀ ਮਾੜੇ ਬੰਦੇ ਦਾ। ਮਾੜੇ ਬੰਦਾ ਜਿਵੇਂ ਮਤਲਬ ਜਿਹੜਾ ਬੰਦਾ ਮੱਝ ਨਹੀਂ ਸੀ ਰੱਖ ਸਕਦਾ ਉਹ ਚੰਗੀ ਬੱਕਰੀ ਰੱਖ ਲੈਂਦਾ ਸੀ ਅਤੇ ਉਹਦੇ ਬੱਚੇ ਜਿਹੜੇ ਸਨ ਦੁੱਧ ਪੀ ਲੈਂਦੇ ਹੁੰਦੇ ਸਨ। ਹੁਣ ਸ਼ੌਕ ਰਹਿ ਗਿਆ ਇੱਕ ਅਮੀਰ ਬੰਦੇ ਦਾ, ਮਤਲਬ ਕਿ ਚੰਗੀ ਬੱਕਰੀ ਅਗਰ ਤੁਸੀਂ ਲੈਣੀ ਹੈ ਉਹ ਤੁਹਾਨੂੰ ਲੱਭਣੀ ਹੈ ਕਿਸੇ ਘਰ 'ਚੋਂ ਚੰਗੇ 'ਚੋਂ ਲੈਣੀ ਹੈ, ਨਾਮਵਰ ਘਰ 'ਚੋਂ, ਅਤੇ ਉਹ ਤੁਹਾਨੂੰ ਲੱਭਣੀ ਹੈ 5-6 ਲੱਖ ਦੀ। ਅਗਰ ਤੁਸੀਂ ਬੱਕਰੀ ਲੈਂਦੇ ਹੋ ਕੋਈ ਸਮਝ ਲਵੋ ਕਿ ਨਾਰਮਲ ਜੀ ਜਿਹਨੂੰ ਕਹਿੰਦੇ ਨੇ ਦੋਗਲੀ ਟੈਪ ਜੀ, ਮਤਲਬ ਕਿ 70-80 ਪੁਆਇੰਟ ਜਿਹਦੇ 'ਚ ਹੋਣ, ਉਹ ਤੁਹਾਨੂੰ ਲੱਭਣੀ ਹੈ 1.5 ਲੱਖ ਦੇ ਅੰਡਰ। ਅਤੇ ਬਾਕੀ ਪਿੱਛੇ ਰਹਿ ਜਾਂਦੇ ਨੇ। ਹੁਣ ਤਾਂ ਮਾਸ਼ਾਅੱਲਾ ਟੈੜੀਆਂ ਵੀ ਜਿਹੜੇ ਨੇ ਵੀਰ, ਹੁਣ ਤਾਂ ਮਾਸ਼ਾਅੱਲਾ ਜਿਹੜੇ ਵੀਰ ਟੈੜੀਆਂ ਨੇ ਨਾ ਉਹਨਾਂ ਦਾ ਵੀ ਰੇਟ ਜਿਹੜਾ ਉਹ ਸਮਾਨਾਂ 'ਤੇ ਪਹੁੰਚਾ ਛੱਡਿਆ। ਉਹ ਕਿਵੇਂ ਪਹੁੰਚ ਗਿਆ ਉਹਦੀਆਂ 2-3 ਵਜੂਹਾਤ ਤੁਹਾਡੇ ਸਾਹਮਣੇ ਰੱਖਣ ਲੱਗਾ ਵਾਂ। ਜਿਹੜੇ ਭਾਈ ਨੂੰ ਲੱਗੇ ਕਿ ਜੀ ਮੈਂ ਗੱਲ ਸਹੀ ਕਰ ਰਿਹਾ ਵਾਂ ਉਹ ਵੀ ਆਪਣੀ ਰਾਏ ਦੇਵੇ, ਜਿਹਨੂੰ ਲੱਗ ਰਿਹਾ ਕਿ ਜੀ ਮੈਂ ਗੱਲ ਮਤਲਬ ਕਿ ਗਲਤ ਕਰਨਾ ਵੀ ਉਹ ਵੀ ਆਪਣੀ ਰਾਏ ਦੇਵੇ, ਠੀਕ ਹੈ। ਉਹ ਮਕਸਦ ਇਹ ਹੋ ਗਿਆ ਹੈ ਕਿ ਹੁਣ ਜਿਹੜੇ ਬੰਦੇ ਦਾ ਬੱਕਰਾ ਜਿਹੜਾ ਹੈ 10 ਲੱਖ ਦਾ ਵਿਕ ਰਿਹਾ ਨਾ, ਅਤੇ ਉਹ ਦੂਸਰਾ ਜਿਹੜਾ ਬੰਦਾ ਨਾ ਉਹ ਵੇਖਦਾ ਉਹਦੇ ਬੱਕਰੇ ਨੂੰ ਕਿ ਫਲਾਣੇ ਬੰਦੇ ਦਾ ਬੱਕਰਾ ਜਿਹੜਾ ਉਹ 10 ਲੱਖ ਦਾ ਵਿਕ ਗਿਆ, ਠੀਕ ਹੈ। ਉਹ ਆਪਣੇ ਦਿਮਾਗ ਵਿੱਚ ਹੀ ਇਮੈਜਨ ਕਰ ਲੈਂਦਾ, ਆਪਣੇ ਦਿਮਾਗ ਵਿੱਚ ਹੀ ਸੋਚ ਲੈਂਦਾ ਹੈ ਕਿ ਜੀ ਅਗਰ ਉਹਦਾ ਬੱਕਰਾ 10 ਲੱਖ ਦਾ ਵਿਕ ਗਿਆ ਅਤੇ ਮੇਰਾ ਉਹਦੇ ਨਾਲੋਂ ਚੰਗਾ ਹੈ, ਮੇਰੇ 'ਚ ਇਹ ਖੂਬੀ ਹੈ, ਉਹਦੇ 'ਚ ਇਹ ਖੂਬੀ ਹੈ, ਇਹ ਖੂਬੀ। ਆਪਣੇ ਬੱਕਰੇ ਦੀਆਂ ਆਪੇ ਖੂਬੀਆਂ ਵਧਾ ਕੇ ਨਾ ਅਤੇ ਉਹ ਆਪਣੇ ਬੱਕਰੇ ਦਾ ਰੇਟ ਜਿਹੜਾ ਨਾ ਉਹ 10 ਲੱਖ ਕਰ ਲੈਂਦਾ ਜਾਂ 15 ਲੱਖ ਕਰ ਲੈਂਦਾ, ਉਹਦੇ ਨਾਲੋਂ ਡਬਲ ਕਰ ਲੈਂਦਾ। ਉਹ ਜਦੋਂ ਬੰਦਾ ਉਹਦੇ ਕੋਲੋਂ ਡਿਮਾਂਡ ਕਰਦਾ ਅਤੇ ਉਹ ਕਹਿੰਦਾ ਜੀ ਇਹ ਤਾਂ ਮੇਰਾ 15 ਲੱਖ ਦਾ। ਇਸ ਵਜ੍ਹਾ ਤੋਂ ਜਿਹੜਾ ਇੱਕ ਤਾਂ ਨਾ ਰੇਟ ਜਿਹੜਾ ਬੱਕਰੀਆਂ ਦਾ ਵੱਧ ਗਿਆ ਸੀ, ਆਪੇ ਹੀ ਆਪਣੇ ਜਾਨਵਰਾਂ ਦੀ ਰੇਟ ਵਧਾ ਛੱਡੇ ਨੇ। ਦੂਸਰਾ ਜਿਹੜਾ ਨਾ ਉਹ ਹੈ ਕਿ ਮਤਲਬ ਕਿ ਮੇਰੀ ਨਜ਼ਰ ਦੇ ਜਿਹੜੇ ਬੰਦੇ ਨੇ ਸ਼ੌਕ ਰੱਖਿਆ ਨਾ ਉਹਨੂੰ ਤੁਸੀਂ ਦਈਏ ਨਾ ਕਿ 50 ਲੱਖ ਰੁਪਈਆ ਵੀ ਉਹ ਤਾਂ ਜਿਹੜੇ ਦਿੰਦਾ ਜੀ ਵਾਲ ਪੁੱਟ ਕੇ ਵੀ, ਠੀਕ ਹੈ। ਅਤੇ ਜਿਹੜਾ ਬੰਦਾ ਅਗਰ 35-40 ਲੱਖ ਦਾ ਬੱਕਰਾ ਦੇ ਦਿੰਦਾ ਹੈ ਉਹ ਕੋ ਬੰਦਾ ਮਤਲਬ ਕਿ ਸਾਡੇ ਵਰਗਾ ਬੰਦਾ 35-40 ਲੱਖ ਦਾ ਬੱਕਰਾ ਨਹੀਂ ਲੈ ਸਕਦਾ, ਜਾਂ 35-40 ਲੱਖ ਦਾ ਜਾਨਵਰ ਸਾਡੇ ਵਰਗਾ ਬੰਦਾ ਨਹੀਂ ਲੈ ਸਕਦਾ। ਉਹ ਤਾਂ ਉਸ ਬੰਦੇ ਨੇ ਲੈਣਾ ਜਿਹੜਾ ਖਾਂਦਾ ਪੀਂਦਾ ਫਾਰਮ ਹਾਊਸ ਕੋਲ ਹੈ, ਉਹਦੇ 'ਚ ਛੱਡ ਚੜੇਗਾ ਉਹਨੂੰ। ਮੇਰੀ ਨਜ਼ਰ 'ਚ ਜਿਹੜਾ ਬੰਦਾ 35-40 ਲੱਖ ਰੁਪਈਏ ਦਾ ਜਾਂ ਮਤਲਬ ਕਿ 20-25 ਲੱਖ ਦਾ, ਪਿਛਲੇ ਜੇ ਮੈਂ ਸੁਣਿਆ ਸੀ ਕਿ ਇੱਕ ਬੱਕਰਾ ਜਿਹੜਾ ਸਾਹੀਵਾਲ 'ਚ 35 ਲੱਖ ਦਾ ਸੇਲ ਹੋਇਆ, ਸਾਨੂੰ ਹਕੀਕਤ ਨਹੀਂ ਪਤਾ ਹੋਇਆ ਜਾਂ ਨਹੀਂ ਹੋਇਆ। ਮਤਲਬ ਕਿ ਉਹ 35 ਲੱਖ ਦਾ ਬੱਕਰਾ ਅਗਰ ਉਹਨਾਂ ਨੇ ਲਿਆ ਹੈ ਅਤੇ ਅਗਰ ਉਹ ਬੰਦਾ 35 ਲੱਖ ਦਾ ਲੈ ਕੇ ਛੱਡੇ, ਉਹਨੂੰ ਚੀਜ਼ ਦਾ ਹੀ ਨਹੀਂ ਪਤਾ ਹੈ, ਸਿਰਫ ਉਹਦੇ ਕੋਲ ਪੈਸਾ ਆਪਣੀ ਨਾਮ ਬਣਾਉਣ ਵਾਸਤੇ ਉਹਨੇ 35 ਲੱਖ ਦਾ ਲੈ ਲਿਆ। ਵੀਡੀਓ ਵਾਲੇ 5-7 ਸੱਦੇ, ਆਪਣੀ ਵੀਡੀਓ ਬਣਵਾ ਕੇ ਅਤੇ ਚਲੋ ਜੀ ਮੈਂ ਵੀਡੀਓ ਬਣਵਾ ਦਿੱਤੀ ਹੈ ਅਤੇ ਅੱਲਾ ਦੇ ਖੈਰ ਸਲਾਮ। ਉਹ ਮੇਰੀ ਨਜ਼ਰ ਦੇ ਵਿੱਚ ਲੈਣ ਵਾਲਾ ਕਸੂਰਵਾਰ ਨਹੀਂ ਹੈ,
ਉਹ ਦੇਣ ਵਾਲਾ ਕਸੂਰਵਾਰ ਹੈ। ਉਹ ਕਿਉਂ ਦੇਣ ਵਾਲਾ ਕਸੂਰਵਾਰ ਹੈ? ਉਸ ਤੋਂ ਕਸੂਰਵਾਰ ਹੈ ਉਹਨੇ ਉਸ ਬੰਦੇ ਨੂੰ ਜਾਨਵਰ ਦੇ ਛੱਡਿਆ ਜਿਹਨੂੰ ਜਾਨਵਰ ਦੀ ਕੇਅਰ ਹੀ ਨਹੀਂ ਹੈ। ਠੀਕ ਹੈ, ਉਹ ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਹੈ 35 ਲੱਖ ਵਾਲੇ ਦੀ, ਮੈਂ ਕਿਸੇ ਵੀ ਸ਼ੌਕੀਨ ਦੀ ਗੱਲ ਕਰਨਾ ਪਿਆ ਵਾਂ ਕਿ ਅਗਰ ਤੁਸੀਂ ਇਸ ਤਰ੍ਹਾਂ ਦੇ ਬੰਦੇ ਨੂੰ ਵੇਖ ਕੇ ਜਾਨਵਰ ਦਿਓ ਜਿਹੜਾ ਜਾਨਵਰ ਦੀ ਕਦਰ ਕਰੇ, ਉਹਦੀ ਕੋਈ ਬਰੀਡ ਚਲਾਏ। ਅਗਰ ਉਹਨੇ ਲੈ ਕੇ ਉਹਨੂੰ ਮਾਰ ਕੇ ਹਲਾਲ ਕਰਕੇ ਸੁੱਟਣਾ ਨਾ ਤੇ ਫਿਰ ਉਹਦਾ ਫਾਇਦਾ ਕੋਈ ਨਹੀਂ ਹੈ। ਤੁਸੀਂ ਉਹਦਾ ਨਾਮ ਖਤਮ ਕਰ ਛੱਡਿਆ ਸਿਰਫ ਆਪਣੇ ਪੈਸੇ ਵਾਸਤੇ। ਅਤੇ ਜੇ ਤੁਸੀਂ ਕਹੋ ਨਾ ਕਿ ਜੀ ਸਾਨੂੰ ਸ਼ੌਕ ਹੈ, ਅਸੀਂ ਸ਼ੌਕ ਕਰਨੇ ਪਿਆ, ਤੁਹਾਡਾ ਸ਼ੌਕ ਕੋਈ ਨਹੀਂ ਹੈ ਜਿਹੜਾ ਤੁਸੀਂ ਪੈਸੇ ਨਾਲ ਦੇ ਦਿੱਤਾ। ਠੀਕ ਹੈ, ਅਤੇ ਬਾਕੀ ਜਿਹੜੇ ਵੀਰ ਨੂੰ ਮੇਰੀ ਕੋਈ ਗੱਲ ਕੌੜੀ ਲੱਗੇ ਉਹਦੇ ਵਾਸਤੇ ਮੈਂ ਫਿਰ ਮਾਜ਼ਰਤ ਕਰਨਾ ਵਾਂ। ਦੂਸਰਾ ਜਿਹੜੇ ਭਾਈ ਸਾਹੀਵਾਲ ਮੰਡੀ ਦੇ ਵਿੱਚ ਨੇ, ਫੈਸਲਾਬਾਦ ਮੰਡੀ ਦੇ ਵਿੱਚ ਨੇ, ਬੱਕਰੀਆਂ ਨੂੰ 3 ਦਿਨਾਂ ਦੇ ਡੱਕੇ ਲਾਉਂਦੇ ਨੇ। ਅੱਲਾ ਦੇ ਉਹ ਬੰਦੇ ਉਹ ਜ਼ੁਲਮ ਕਰਦੇ ਨੇ ਇੰਤਹਾ ਦਾ, ਬੱਕਰੀ ਨੂੰ ਡੱਕਾ ਲਾਉਣਾ। ਅੱਲਾ ਪਾਕ ਦੇ ਨਬੀ ਨੇ ਵੀ ਫਰਮਾਇਆ, ਹਦੀਸਾਂ ਦੇ ਵਿੱਚ ਵੀ ਇਹ ਗੁਨਾਹ ਹੈ। ਅਸੀਂ ਅਗਰ ਆਪਣਾ ਮਤਲਬ ਕਿ ਇਸ ਤਰ੍ਹਾਂ ਦੇ ਕੰਮ ਕਰਕੇ ਕਿਸੇ ਨੂੰ ਧੋਖਾ ਦੇ ਕੇ ਅਤੇ ਇੰਝ ਰੋਜ਼ੀ ਕਮਾਉਂਦੇ ਪਏ ਹਾਂ ਅਤੇ ਰੋਜ਼ੀ ਹਲਾਲ ਤਾਂ ਕੋਈ ਨਹੀਂ ਸਾਡੀ, ਇਹ ਤਾਂ ਗੁਨਾਹ ਹੈ। ਅਸੀਂ ਆਪਣੇ ਬੱਚਿਆਂ ਨੂੰ ਹਰਾਮ ਖਵਾ ਰਹੇ ਹਾਂ। ਇਸ ਤਰ੍ਹਾਂ ਹੀ ਮੇਰਾ ਆਪਣਾ WhatsApp ਦਾ ਨਾ ਗਰੁੱਪ ਹੈ। ਉਸ ਗਰੁੱਪ ਦੇ ਵਿੱਚ ਮੈਨੂੰ ਇੱਕ ਬੰਦੇ ਨੇ ਮੈਸੇਜ ਕੀਤਾ, ਉਹਨੇ ਕਿਹਾ ਵੀਰ ਜੀ ਇਸ ਤਰ੍ਹਾਂ ਬੱਕਰੀ ਲਈ ਹੈ। ਉਹ ਬੱਕਰੀ ਜਦੋਂ ਲਈ ਉਦੋਂ ਉਹਦਾ ਜਿਹੜਾ ਸੀ ਉਹ ਥਾਣਾ ਇੰਝ ਫੁੱਲ ਭਰੇ ਸਨ ਅਤੇ ਬਹਾਨਾ ਸੀ, ਅਤੇ ਦੁੱਧ ਜਦੋਂ ਆ ਕੇ ਚੋਇਆ ਤਾਂ ਬੱਕਰੀ ਨੇ 2 ਕਿਲੋ ਦੁੱਧ ਵੀ ਦਿੱਤਾ। ਉਹ ਜੀ ਕਹਿੰਦਾ ਜੀ ਹੁਣ 3 ਮਹੀਨੇ ਹੋ ਗਏ, ਕਿ ਤਕਰੀਬਨ 3 ਦਿਨ ਹੋ ਗਏ ਨੇ, 3 ਮਹੀਨੇ ਮੂੰਹ 'ਚੋਂ ਨਿਕਲ ਗਿਆ। ਉਹ ਕਹਿੰਦਾ ਜੀ 3 ਦਿਨ ਹੋ ਗਏ ਨੇ ਬੱਕਰੀ ਦੁੱਧ ਨਹੀਂ ਲਾਉਂਦੀ ਪਈ। ਮਤਲਬ ਕਿ ਡੱਕਾ ਲਾਇਆ ਸੀ, ਉਹ ਬੱਕਰੀ ਦੇ ਥਣ ਖਰਾਬ ਹੋ ਗਏ ਜਾਂ ਜੋ ਵੀ ਮਸਲਾ ਬਣਿਆ, ਉਹ ਬੱਕਰੀ ਵੀ ਬਿਮਾਰ ਹੋ ਗਈ। ਐਟ ਦੀ ਐਂਡ ਕੀ ਹੋਇਆ ਜੀ, ਉਹ ਬੰਦੇ ਨੇ ਤਕਰੀਬਨ ਮੇਰੇ ਖਿਆਲ ਨਾਲ 1.5 ਮਹੀਨੇ ਬਾਅਦ ਬੱਕਰੀ ਸੇਲ ਕਰ ਦਿੱਤੀ। ਲਈ ਅਤੇ ਉਹਨੇ ਕਿਹਾ ਜੀ ਮੈਂ ਆਪਣੀ ਮਾਂ ਵਾਸਤੇ ਲਈ ਸੀ। ਉਹਨਾਂ ਨੂੰ ਮਤਲਬ ਕਿ ਮੇਰੀ ਮਾਂ ਜੀ ਨੂੰ ਡਾਕਟਰ ਨੇ ਜਾਂ ਹਕੀਮ ਨੇ ਜਿਹਨੇ ਵੀ ਦੱਸਿਆ ਸੀ ਕਿ ਬੱਕਰੀ ਦਾ ਦੁੱਧ ਪੀਣਾ। ਅਤੇ ਇਹਦਾ ਕੀ ਫਾਇਦਾ ਹੋਇਆ ਸਾਡੇ ਇਸ ਮਤਲਬ ਕਿ ਗੱਲ ਕਰਨ ਦਾ, ਸਾਡੇ ਇਸ ਝੂਠ ਦਾ, ਮਤਲਬ ਕਿ ਅਗਲਾ ਬੰਦਾ ਪੈਸੇ ਵੀ ਭਰੇ ਉਹਨੂੰ ਚੀਜ਼ ਵੀ ਨਾ ਲੱਭੇ। ਅਗਰ ਤੁਹਾਡਾ ਰਿਜ਼ਕ ਨਸੀਬਾਂ ਦੇ ਵਿੱਚ ਅੱਲਾਹ ਤਾਲਾ ਨੇ ਲਿਖਿਆ ਨਾ, ਅਤੇ ਤੁਹਾਨੂੰ ਡੱਕੇ ਡੁੱਕੇ ਲਾਉਣ ਦੀ ਜ਼ਰੂਰਤ ਕੋਈ ਨਹੀਂ, ਇਹ ਤੁਹਾਡੇ ਉਂਝ ਹੀ ਵਿਕ ਜਾਣੇ ਨੇ। ਅਤੇ ਅਗਰ ਨਹੀਂ ਨਾ ਤਾਂ ਭਾਜੀ ਡੱਕਾ ਲਾ ਕੇ ਅਤੇ ਕਿਸੇ ਦੀ ਬਦਦੁਆ ਲੈਣ ਨਾਲੋਂ ਬਿਹਤਰ ਮੇਰੀ ਨਜ਼ਰ 'ਚ ਇਹ ਵੇਖ ਚੁੱਪ ਕਰਕੇ ਜਿਵੇਂ ਹੈ ਮੈਨੂੰ ਕੋ ਭਾਜੀ ਆ ਤੁਹਾਡੇ ਸਾਹਮਣੇ ਅੱਲਾ ਦੇ ਖੈਰ ਸਲਾ। ਠੀਕ ਹੈ, ਅਤੇ ਭਾਜੀ ਅੱਜ ਦੀ ਵੀਡੀਓ ਸਿਰਫ ਇੱਥੋਂ ਤੱਕ ਹੀ ਹੈ। ਇੱਕ ਪੈਗਾਮ ਦੇਣ ਲੱਗੇ ਹਾਂ ਸਾਰੇ ਦੋਸਤਾਂ ਨੂੰ। ਪੈਗਾਮ ਹੈ ਇਹ ਕਿ ਇਸ ਸ਼ੌਕ ਨੂੰ ਪ੍ਰਮੋਟ ਕਰੋ। ਸਭ ਤੋਂ ਮੇਨ ਗੱਲ, ਇਸ ਜਿਹੜਾ ਸ਼ੌਕ ਅਮੀਰ ਦੇ ਘਰ 'ਚ ਵੜ ਗਿਆ ਨਾ, ਸਿਰਫ ਅਮੀਰ ਜੋਗਾ ਰਹਿ ਗਿਆ। ਅਸੀਂ ਅਮੀਰਾਂ ਦੇ ਖਿਲਾਫ ਨਹੀਂ, ਅਸੀਂ ਸਿਰਫ ਇਸ ਚੀਜ਼ ਦੇ ਖਿਲਾਫ ਆ ਕਿ ਇਹ ਅਮੀਰਾਂ ਦੇ ਪੈਸੇ ਦੀ ਵਜ੍ਹਾ ਤੋਂ ਮਤਲਬ ਕਿ ਗਰੀਬਾਂ ਕੋਲੋਂ ਇਹ ਸ਼ੌਕ ਖੋਇਆ ਜਾ ਰਿਹਾ। ਠੀਕ ਹੈ, ਅਤੇ ਅਸੀਂ ਇਸ ਨੂੰ ਰੋਕਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਬੱਕਰੀ ਦੀ ਜਿਹੜਾ ਰੇਟ ਮੁਨਾਸਬ ਲੱਗ ਰਿਹਾ ਸੀ 70-75 ਹਜ਼ਾਰ, ਉਹ ਠੀਕ ਸੀ। ਹੁਣ 3-3 ਲੱਖ ਵਾਲਾ ਜਿਹੜਾ ਕੰਮ ਹੈ ਨਾ, ਮਤਲਬ ਕਿ ਇਹ ਰੋਕਣਾ ਚਾਹੀਦਾ। ਬਾਕੀ ਤੁਸੀਂ ਸਾਡੇ ਵਾਸਤੇ ਵੀ ਦੁਆ ਕਰ ਛੱਡਿਆ ਜੇ, ਅਤੇ ਅੱਲਾਹ ਤਾਲਾ ਸਾਨੂੰ ਇਸ ਕੰਮ ਦੇ ਪਿੱਛੇ ਜਿਹਦੇ ਚੜ੍ਹੇ ਆ ਇਹਦੇ 'ਚ ਕਾਮਯਾਬ ਕਰੇ। ਬਾਕੀ ਸਲਾਮ ਹੋ ਗਿਆ। ਅੱਗੋਂ ਫਿਰ ਇਨਸ਼ਾਅੱਲਾਹ ਤਾਲਾ ਅਗਲੀ ਵੀਡੀਓ 'ਚ ਮਿਲਾਂਗੇ ਭਾਈਆਂ ਨੂੰ। ਅਗਰ ਵੀਡੀਓ ਅੱਛੀ ਲੱਗੇ ਤਾਂ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਦੇ ਆ ਜੇ, ਅਗਲਾ ਪਾਰਟ ਇਹਦਾ ਤੁਹਾਡੇ ਵਾਸਤੇ ਪੇਸ਼ ਕਰਾਂਗੇ। ਅੱਛਾ ਜੀ, ਅਸਲਾਮ ਵਾਲੇਕੁਮ।